Sat Shri Akal, this is Arpit Kaur and you are watching my channel. In today's video, you will learn how to convert active voice into passive voice. So must watch full video and please subscribe my channel. Also press bell icon button so that you can get notifications related to my videos. ਹਾਂਜੀ ਸਟੂਡੈਂਟਸ, ਅੱਜ ਦੀ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਆਪਾਂ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਦੇ ਵਿੱਚ ਕਿੱਦਾਂ ਚੇਂਜ ਕਰਦੇ ਆ। ਠੀਕ ਹੈ, ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਪਹਿਲਾਂ ਐਕਟਿਵ ਵੌਇਸ ਪਤਾ ਹੋਣੇ ਚਾਹੀਦੇ ਆ, ਫਿਰ ਹੀ ਤੁਸੀਂ ਇਹਨਾਂ ਦੇ ਵਿੱਚ ਚੇਂਜ ਕਰੋਗੇ। ਇਸ ਕਰਕੇ ਐਕਟਿਵ ਵੌਇਸ 'ਤੇ ਜਿਹੜੀਆਂ ਮੈਂ ਹਾਲੇ ਤੱਕ ਵੀਡੀਓਜ਼ ਬਣਾਈਆਂ ਨੇ 11 ਵੀਡੀਓਜ਼, ਉਹ ਸਾਰੀਆਂ ਐਕਟਿਵ ਵੌਇਸ 'ਤੇ ਆ, ਮਤਲਬ ਟੈਂਸਿਸ ਐਂਡ ਨੋਰਮਲ। ਤਾਂ ਪਹਿਲਾਂ ਜਿਨ੍ਹਾਂ ਨੇ ਵੀ ਉਹ ਵੀਡੀਓਜ਼ ਨਹੀਂ ਦੇਖੀਆਂ, ਪਲੀਜ਼ ਪਹਿਲਾਂ ਉਹ ਵੀਡੀਓਜ਼ ਦੇਖੋ। ਉਹ ਵੀਡੀਓਜ਼ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਾਂਗੀ ਐਂਡ ਆਈ ਬਟਨ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ। ਠੀਕ ਹੈ, ਉੱਥੇ ਜਾ ਕੇ ਪਹਿਲਾਂ ਉਹ ਵੀਡੀਓਜ਼ ਦੇਖੋ ਐਂਡ ਦੈਨ ਇਸ ਵੀਡੀਓ ਦੇ ਨਾਲ ਕੰਟੀਨਿਊ ਕਰਿਓ। ਇਹਨਾਂ ਨੂੰ ਚੇਂਜ ਕਰਨ ਤੋਂ ਸਿੱਖਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਟੈਂਸਿਸ ਜਾਂ ਕਿਹੜੇ ਸੈਂਟੈਂਸਿਸ ਕਦੇ ਵੀ ਪੈਸਿਵ ਦੇ ਵਿੱਚ ਚੇਂਜ ਨਹੀਂ ਹੁੰਦੇ, ਤਾਂ ਕਿ ਤੁਸੀਂ ਉੱਥੇ ਗਲਤ ਨਾ ਕਰੋ। ਆਇਲਸ ਦੇ ਵਿੱਚ ਜਾਂ ਫਿਰ ਇੰਗਲਿਸ਼ ਜੇ ਤੁਸੀਂ ਕੋਈ ਵੀ ਕਲਾਸ ਕਰ ਰਹੇ ਹੋ ਤਾਂ ਤੁਸੀਂ ਗਲਤੀਆਂ ਨਾ ਕਰੋ। ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਸੈਂਟੈਂਸਿਸ ਚੇਂਜ ਨਹੀਂ ਹੁੰਦੇ। ਹਾਂਜੀ ਸਟੂਡੈਂਟਸ, ਦੇਖੋ ਕਿਹੜੇ ਸੈਂਟੈਂਸਿਸ ਹੈ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਪੈਸਿਵ ਦੇ ਵਿੱਚ ਚੇਂਜ ਨਹੀਂ ਕਰ ਸਕਦੇ। ਪਰਫੈਕਟ ਕੰਟੀਨਿਊਅਸ ਦੇ ਤਿੰਨੋਂ ਪ੍ਰੈਜ਼ੈਂਟ, ਪਾਸਟ, ਫਿਊਚਰ, ਇਹ ਕਦੇ ਵੀ ਪੈਸਿਵ ਦੇ ਵਿੱਚ ਨਹੀਂ ਲਿਖ ਸਕਦੇ। ਫਿਊਚਰ ਕੰਟੀਨਿਊਅਸ ਨੂੰ ਵੀ ਨਹੀਂ ਲਿਖ ਸਕਦੇ। ਚਾਰ ਤਾਂ ਇਹ ਟੈਂਸ ਨੇ ਐਂਡ ਬਾਕੀ ਸੈਂਟੈਂਸਿਸ ਜਿਨ੍ਹਾਂ ਦੇ ਵਿੱਚ ਇੰਟ੍ਰਿੰਸਿਵ ਵਰਬ ਹੁੰਦੀ ਆ। ਦੇਖੋ ਹੁਣ ਇੰਟ੍ਰਿੰਸਿਵ ਵਰਬ ਕਿਹੜੀ ਹੁੰਦੀ ਆ? ਜਿਹੜੀਆਂ ਵਰਬਸ ਹੁੰਦੀਆਂ ਨੇ ਉਹ ਦੋ ਟਾਈਪਸ ਦੀਆਂ ਹੁੰਦੀਆਂ, ਇੱਕ ਹੁੰਦੀ ਹੈ ਟ੍ਰਿੰਸਿਵ, ਇੱਕ ਹੁੰਦੀ ਆ ਇੰਟ੍ਰਿੰਸਿਵ। ਠੀਕ ਹੈ, ਦੋ ਟਾਈਪ ਦੀਆਂ ਵਰਬਸ ਹੁੰਦੀਆਂ, ਟ੍ਰਿੰਸਿਵ ਐਂਡ ਇੰਟ੍ਰਿੰਸਿਵ। ਟ੍ਰਿੰਸਿਵ ਵਰਬ ਕਿਹੜੀ ਹੁੰਦੀ ਆ? ਜਿਹਨੂੰ ਓਬਜੈਕਟ ਦੀ ਲੋੜ ਪੈਂਦੀ ਆ, ਇਹਨੂੰ ਓਬਜੈਕਟ ਦੀ ਨੀਡ ਪੈਂਦੀ ਆ, ਇਹਨੂੰ ਓਬਜੈਕਟ ਦੀ ਨੀਡ ਨਹੀਂ ਹੁੰਦੀ ਕੋਈ ਵੀ ਸੈਂਟੈਂਸ ਬਣਾਉਣ ਲਈ। ਲਾਈਕ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਹੀ ਬੋਟ, ਹੈ ਨਾ। ਹੀ ਕੀ ਆ ਗਿਆ ਆਪਣੇ ਕੋਲ? ਸਬਜੈਕਟ ਆ ਗਿਆ। ਬੋਟ ਆਪਣੇ ਕੋਲ ਵਰਬ ਆ ਗਈ। ਇੱਥੇ ਹਾਲੇ ਓਬਜੈਕਟ ਆਪਣੇ ਕੋਲ ਮਿਸਿੰਗ ਹੈ। ਠੀਕ ਹੈ, ਹੀ ਬੋਟ। ਦੇਖੋ ਇਹ ਲਾਈਨ ਜੇ ਤੁਸੀਂ ਕਦੇ ਵੀ ਸੁਣੋ ਤਾਂ ਤੁਹਾਨੂੰ ਲੱਗੇ ਕਿ ਹੀ ਬੋਟ ਕੋਈ ਸੈਂਟੈਂਸ ਨਹੀਂ ਬਣਿਆ ਨਾ, ਤੁਹਾਡੇ ਮਾਈਂਡ 'ਚ ਇੱਕ ਕੁਐਸਚਨ ਅਰਾਈਜ਼ ਹੋਊਗਾ ਕਿ ਕੀ ਖਰੀਦਿਆ, ਹੈ ਨਾ। ਮਤਲਬ ਕਿ ਕੋਈ ਚੀਜ਼ ਤੇ ਤੁਹਾਨੂੰ ਮਿਸਿੰਗ ਲੱਗਦੀ ਆ, ਮਤਲਬ ਤੁਹਾਨੂੰ ਓਬਜੈਕਟ ਮਿਸਿੰਗ ਲੱਗਦਾ ਏ। ਮਤਲਬ ਇਹ ਜਿਹੜੀ ਵਰਬ ਹੈ, ਬਾਈ ਵਰਬ ਹੈ ਇੱਥੇ, ਇਹ ਓਬਜੈਕਟ ਨੂੰ ਇਹ ਵਰਬ ਨੂੰ ਕਿਸੇ ਓਬਜੈਕਟ ਦੀ ਲੋੜ ਪਈ ਹੈ ਇੱਥੇ। ਠੀਕ ਹੈ, ਤਾਂ ਇਹ ਜਿਹੜੀ ਵਰਬ ਹੋਈ ਇਹ ਹੋਈ ਟ੍ਰਿੰਸਿਵ ਵਰਬ। ਜਿਵੇਂ ਜੇ ਤੁਸੀਂ ਇੱਥੇ ਕਹਿ ਦਿਓ ਹੀ ਬੋਟ ਅ ਬੁੱਕ, ਅ ਬੁੱਕ ਇੱਕ ਓਬਜੈਕਟ ਬਣ ਗਿਆ, ਹੈ ਨਾ, ਇੱਕ ਓਬਜੈਕਟ ਹੈ। ਤਾਂ ਹੁਣ ਇਹ ਸੈਂਟੈਂਸ ਨੂੰ ਬੋਲ ਕੇ ਦੇਖੋ, ਹੀ ਬੋਟ ਅ ਬੁੱਕ। ਹੁਣ ਸੈਂਟੈਂਸ ਪੂਰਾ ਹੋ ਗਿਆ, ਹੈ ਨਾ, ਕਿ ਉਸਨੇ ਇੱਕ ਕਿਤਾਬ ਖਰੀਦੀ। ਤਾਂ ਹੁਣ ਆਪਣੇ ਇਟ ਮੀਨਸ ਕਿ ਜਿਹੜਾ ਟ੍ਰਿੰਸਿਵ ਵਰਬ ਹੁੰਦੀ ਹੈ, ਜਿਵੇਂ ਤੇ ਬਾਈ ਵਰਬ ਹੈ, ਉਹਨੂੰ ਓਬਜੈਕਟ ਦੀ ਲੋੜ ਪਈ ਕੋਈ ਸੈਂਟੈਂਸ ਨੂੰ ਪੂਰਾ ਕਰਨ ਲਈ। ਠੀਕ ਹੈ, ਇਸ ਦੇ ਉਲਟ ਜਿਹੜੀ ਇੰਟ੍ਰਿੰਸਿਵ ਵਰਬ ਹੁੰਦੀ ਆ, ਇਸ ਨੂੰ ਓਬਜੈਕਟ ਦੀ ਲੋੜ ਨਹੀਂ ਪੈਂਦੀ, ਇਹਦੇ ਤੋਂ ਬਿਨਾਂ ਵੀ ਸੈਂਟੈਂਸ ਪੂਰਾ ਬਣ ਜਾਂਦਾ ਹੈ। ਜਿਵੇਂ ਹੀ ਡਾਈਡ। ਦੇਖੋ ਜੇ ਤੁਸੀਂ ਕਦੇ ਵੀ ਇਹ ਚੀਜ਼ ਸੁਣੋ ਹੀ ਡਾਈਡ ਤਾਂ ਤੁਹਾਡੇ ਮਾਈਂਡ 'ਚ ਕੋਈ ਕੁਐਸਚਨ ਆਊਗਾ? ਨਹੀਂ ਆਊਗਾ ਨਾ। ਪੂਰਾ ਸੈਂਟੈਂਸ ਇੱਥੇ ਪ੍ਰੋਪਰ ਹੋਇਆ ਪਿਆ ਕਿ ਉਹ ਮਰ ਗਿਆ, ਡੈਟਸ ਇਟ। ਤਾਂ ਜਿਹੜੀ ਇੱਥੇ ਡਾਈ ਵਰਬ ਹੈ ਉਸ ਨੂੰ ਇੱਥੇ ਕੋਈ ਓਬਜੈਕਟ ਦੀ ਲੋੜ ਨਹੀਂ ਪਈ, ਸੈਂਟੈਂਸ ਆਲਰੇਡੀ ਪੂਰਾ ਹੈ। ਤਾਂ ਇੱਦਾਂ ਦੀਆਂ ਵਰਬਸ ਜਿਨ੍ਹਾਂ ਨੂੰ ਓਬਜੈਕਟ ਦੀ ਲੋੜ ਨਹੀਂ ਪੈਂਦੀ, ਉਸ ਤੋਂ ਬਿਨਾਂ ਹੀ ਉਹ ਸੈਂਟੈਂਸ ਨੂੰ ਕੰਪਲੀਟ ਕਰ ਲੈਂਦੀਆਂ ਨੇ, ਉਹਨਾਂ ਵਰਬਸ ਨੂੰ ਆਪਾਂ ਇੰਟ੍ਰਿੰਸਿਵ ਵਰਬ ਕਹਿੰਦੇ ਹਾਂ। ਐਂਡ ਜੇ ਇਹ ਇੰਟ੍ਰਿੰਸਿਵ ਵਰਬ ਕਿਸੇ ਵੀ ਸੈਂਟੈਂਸ ਦੇ ਵਿੱਚ ਆ ਜਾਂਦਾ ਹੈ ਤਾਂ ਉਹ ਕਦੇ ਵੀ ਸੈਂਟੈਂਸ ਨੂੰ ਪੈਸਿਵ ਵੌਇਸ ਦੇ ਵਿੱਚ ਆਪਾਂ ਚੇਂਜ ਨਹੀਂ ਕਰ ਸਕਦੇ। ਲਾਈਕ ਹੀ ਡਾਈਡ, ਇਹਨੂੰ ਆਪਾਂ ਕਦੇ ਵੀ ਪੈਸਿਵ ਵੌਇਸ ਦੇ ਵਿੱਚ ਨਹੀਂ ਲਿਖ ਸਕਦੇ। ਠੀਕ ਹੈ, ਦੇਖੋ ਇੰਟ੍ਰਿੰਸਿਵ ਵਰਬਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਲਾਫ ਹੁੰਦੀ ਆ, ਠੀਕ ਹੈ, ਸਲੀਪ, ਡਾਈ ਤਾਂ ਤੁਸੀਂ ਦੇਖ ਹੀ ਲਿਆ, ਸਿਟ, ਸਟੈਂਡ, ਡਾਂਸ, ਇੱਦਾਂ ਦੀਆਂ ਵਰਬ। ਤਾਂ ਹੁਣ ਦੇਖਣਾ ਕਿ ਆਪਾਂ ਐਕਟਿਵ ਨੂੰ ਪੈਸਿਵ ਦੇ ਵਿੱਚ ਕਿੱਦਾਂ ਚੇਂਜ ਕਰਨਾ ਹੈ। ਪਹਿਲੀ ਗੱਲ ਮਾਈਂਡ 'ਚ ਰੱਖਿਓ ਕਿ ਕਦੇ ਵੀ ਜਦੋਂ ਆਪਾਂ ਇਹਨਾਂ ਨੂੰ ਚੇਂਜ ਕਰਦੇ ਹਾਂ, ਸੈਂਟੈਂਸ ਦਾ ਮੀਨਿੰਗ ਕਦੇ ਵੀ ਚੇਂਜ ਨਹੀਂ ਹੁੰਦਾ, ਮੀਨਿੰਗ ਸੇਮ ਰਹੂਗਾ, ਬਸ
ਅੱਖਰ ਥੋੜ੍ਹੇ ਜਿਹੇ ਉਲਟੇ ਫੁਲਟੇ ਹੋ ਜਾਂਦੇ ਆ, ਜੋ ਚੀਜ਼ ਉਹਦੇ ਅੱਗੇ ਲੱਗਦੀ ਆ ਉਹ ਇਹਦੇ ਪਿੱਛੇ ਲੱਗ ਜਾਂਦੀ ਹੈ, ਇੱਦਾਂ ਕੁਛ ਸਮਥਿੰਗ ਚੇਂਜ ਹੋ ਜਾਂਦਾ, ਬਟ ਮੀਨਿੰਗ ਸੇਮ ਰਹਿੰਦਾ ਹੈ। ਠੀਕ ਹੈ, ਤਾਂ ਇਹਨਾਂ ਨੂੰ ਚੇਂਜ ਕਰਨ ਦੇ ਸਭ ਤੋਂ ਪਹਿਲਾਂ ਰੂਲਸ ਦੇਖੋ ਕਿ ਕੀ ਰੂਲਸ ਹੁੰਦੇ ਆ, ਕਿਵੇਂ ਆਪਾਂ ਇਹਨਾਂ ਨੂੰ ਚੇਂਜ ਕਰ ਸਕਦੇ ਹਾਂ। ਪਹਿਲਾ ਰੂਲ ਕੀ ਆ ਕਿ ਜਿਹੜਾ ਐਕਟਿਵ ਵੌਇਸ ਹੁੰਦਾ ਉਹਦੇ ਵਿੱਚ ਆਪਣੇ ਕੋਲ ਕਿਵੇਂ ਲਿਖਿਆ ਸੀ ਆਪਾਂ, ਸਬਜੈਕਟ ਪਹਿਲਾਂ ਲਿਖਿਆ ਹੈ, ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਪਤਾ ਹੈ। ਉਸ ਤੋਂ ਬਾਅਦ ਵਰਬ ਲਿਖਿਆ, ਦੈਨ ਆਬਜੈਕਟ ਲਿਖਿਆ। ਬਟ ਇਨ ਪੈਸਿਵ ਦੇ ਵਿੱਚ ਜਿਹੜਾ ਆਬਜੈਕਟ ਪਿੱਛੇ ਹੁੰਦਾ ਉਹਨੂੰ ਆਪਾਂ ਅੱਗੇ ਲਿਆਉਣੇ, ਕਿਉਂਕਿ ਆਬਜੈਕਟ ਤੇ ਇੰਪੋਰਟੈਂਸ ਪਾਉਣੀ ਹੁੰਦੀ ਹੈ ਇਹਦੇ 'ਚ। ਦੈਨ ਵਰਬ ਆਉਂਦਾ ਹੈ, ਦੈਨ ਆਪਣੇ ਕੋਲ ਸਬਜੈਕਟ ਆਉਂਦਾ ਹੈ। ਠੀਕ ਹੈ, ਇਹ ਉਹਦਾ ਸਟਰਕਚਰ ਹੋ ਗਿਆ। ਸੈਕਿੰਡ ਗੱਲ ਹੈ ਕਿਹੜੀ ਆ ਰੂਲ ਦੀ, ਕਿ ਜਿਹੜੇ ਵੀ ਪੈਸਿਵ ਵੌਇਸ ਹੁੰਦੇ ਆ ਹਮੇਸ਼ਾ ਉਹਨਾਂ ਦੇ ਵਿੱਚ ਵਰਬ ਦੀ ਥਰਡ ਫਾਰਮ ਹੁੰਦੀ ਆ, ਚਾਹੇ ਉਹ ਪ੍ਰੈਜ਼ੈਂਟ ਹੈ, ਚਾਹੇ ਉਹ ਪਾਸਟ ਹੈ, ਚਾਹੇ ਉਹ ਕੰਟੀਨਿਊਅਸ ਹੈ, ਚਾਹੇ ਉਹ ਸਿੰਪਲ ਹੈ, ਚਾਹੇ ਜੋ ਵੀ ਆ, ਵਰਬ ਦੀ ਥਰਡ ਫਾਰਮ ਹੀ ਯੂਜ਼ ਹੋਊਗੀ। ਥਰਡ ਪੁਆਇੰਟ ਇਜ਼ ਕਿ ਹਮੇਸ਼ਾ ਜਿਹੜਾ ਇਹ ਸਬਜੈਕਟ ਲੱਗਦਾ ਏ ਇਹਦੇ ਅੱਗੇ ਬਾਈ ਲੱਗਦਾ ਏ। ਠੀਕ ਹੈ, ਸਬਜੈਕਟ ਤੋਂ ਪਹਿਲਾਂ ਬਾਈ ਲੱਗ ਜਾਂਦਾ ਏ। ਓਕੇ, ਨਾਓ ਨੈਕਸਟ ਇਜ਼ ਕਿ ਇਹਨਾਂ ਨੂੰ ਚੇਂਜ ਕਰਨ ਲਈ ਪ੍ਰਨਾਊਨਸ ਕਿਵੇਂ ਚੇਂਜ ਹੁੰਦੇ ਆ। ਲਾਈਕ ਆਹ ਸਬਜੈਕਟ ਹੈ, ਇਹ ਜੇ ਪਿੱਛੇ ਆਊਗਾ ਤਾਂ ਐਜ਼ ਇਟ ਇਜ਼ ਆਊਗਾ ਜਾਂ ਚੇਂਜ ਹੋ ਕੇ ਆਊਗਾ, ਇਹ ਮਾਈਂਡ 'ਚ ਰੱਖਿਓ। ਤਾਂ ਹਮੇਸ਼ਾ ਕੋਈ ਐਜ਼ ਇਟ ਇਜ਼ ਆ ਜਾਂਦਾ, ਕੋਈ ਚੇਂਜ ਹੋ ਕੇ ਆ ਜਾਂਦਾ। ਕਿਵੇਂ, ਨੈਕਸਟ ਦੇਖੋ ਕਿਵੇਂ ਪ੍ਰਨਾਊਨਸ ਚੇਂਜ ਹੁੰਦੇ ਆ। ਜੇ ਅੱਗੇ ਸਬਜੈਕਟ ਹੀ ਲਿਖਿਆ ਹੋਇਆ ਤੇ ਜੇ ਉਹਨੇ ਪਿੱਛੇ ਜਾਣਾ ਹੈ ਤਾਂ ਉਹਦਾ ਹੀ ਦੀ ਜਗ੍ਹਾ ਤੇ ਉਹਨੂੰ ਹਿਮ ਬਣਨਾ ਪਊਗਾ। ਠੀਕ ਹੈ, ਜੇ ਅੱਗੇ ਸ਼ੀ ਆ ਤਾਂ ਉਹਨੇ ਜੇ ਪਿੱਛੇ ਜਾਣਾ ਤਾਂ ਹਰ ਆਊਗਾ। ਠੀਕ ਹੈ, ਜੇ ਪਿੱਛੇ ਆ ਹਰ ਤਾਂ ਜੇ ਉਹਨੇ ਅੱਗੇ ਆਉਣਾ ਤਾਂ ਸ਼ੀ ਬਣ ਜੂਗਾ। ਠੀਕ ਹੈ, ਮਤਲਬ ਇਹ ਚੇਂਜ ਹੋ ਜੂ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਅੱਗੇ ਲਿਖੀਆਂ ਜਾਣਗੀਆਂ, ਇਹ ਜਿਹੜੀਆਂ ਨੇ ਇਹ ਪਿੱਛੇ ਲਿਖੀਆਂ ਜਾਣਗੀਆਂ। ਜਿਹੜਾ ਇਟ ਹੁੰਦਾ ਉਹ ਕਦੇ ਵੀ ਚੇਂਜ ਨਹੀਂ ਹੁੰਦਾ, ਉਹ ਇਟ ਹੀ ਰਹੂਗਾ। ਯੂ ਨੇ ਵੀ ਯੂ ਹੀ ਰਹਿਣਾ ਗਾ। ਠੀਕ ਹੈ, ਆਈ ਦਾ ਮੀ ਬਣ ਜੂਗਾ ਪਿੱਛੇ ਹੋ ਕੇ। ਠੀਕ ਹੈ, ਦੇ ਦਾ ਦੈਮ ਬਣ ਜੂਗਾ, ਵੀ ਦਾ ਅਸ ਬਣ ਜੂਗਾ। ਠੀਕ ਹੈ, ਕੋਈ ਨੇਮ ਹੈ ਉਹਦਾ ਨੇਮ ਹੀ ਰਹਿ ਜੂਗਾ। ਠੀਕ ਹੈ, ਜੇ ਕੋਈ ਇੱਦਾਂ ਗਾ ਤਾਂ ਮਾਈ ਮਦਰ ਜਾਂ ਮਾਈ ਫਾਦਰ ਉਹਨਾਂ ਦਾ ਸੇਮ ਹੀ ਆ ਜੂਗਾ। ਠੀਕ ਹੈ, ਮਾਈ ਮਦਰ ਹੀ ਆ ਜੂਗਾ, ਮਾਈ ਫਾਦਰ ਹੀ ਆ ਜੂਗਾ। ਇੱਦਾਂ ਦਾ ਕੋਈ ਬੌਸ ਵਗੈਰਾ, ਜਿਵੇਂ ਆਪਾਂ ਬੌਸ ਲਿਖ ਰਹੇ ਹਾਂ ਤਾਂ ਉਹਦਾ ਵੀ ਪਿੱਛੇ ਜਾ ਕੇ ਬੌਸ ਹੀ ਬਣ ਜੂਗਾ। ਇਹ ਸੇਮ ਰਹਿੰਦੇ ਹੁੰਦੇ ਆ। ਆਹ ਚੇਂਜਿਸ ਹੁੰਦੀਆਂ ਨੇ, ਤਾਂ ਇਹ ਤੁਸੀਂ ਦੇਖ ਲਿਓ ਕੀ ਚੇਂਜ ਹੁੰਦਾ ਕਿੱਦਾਂ। ਹਾਂਜੀ ਸਟੂਡੈਂਟਸ, ਜਿਹੜੀਆਂ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਜਿਹਦੇ 'ਚ ਐਕਟਿਵ ਪੜ੍ਹਾਇਆ, ਉਹਦੇ 'ਚ ਮੈਂ ਕਿਵੇਂ ਪੜ੍ਹਾਇਆ ਕਿ ਪਹਿਲਾਂ ਪ੍ਰੈਜ਼ੈਂਟ ਟੈਂਸ ਪੜ੍ਹਾਇਆ ਗਾ, ਪ੍ਰੈਜ਼ੈਂਟ ਤੇ ਹੀ ਸਿੰਪਲ, ਕੰਟੀਨਿਊਅਸ, ਪਰਫੈਕਟ ਕੰਟੀਨਿਊਅਸ ਕਰਵਾਇਆ, ਫਿਰ ਮੈਂ ਪਾਸਟ ਕਰਾਇਆ ਸੀ, ਫਿਰ ਮੈਂ ਫਿਊਚਰ ਦੇ ਸਾਰੇ ਕਰਵਾਏ ਸੀ। ਬਟ ਜਦੋਂ ਆਪਾਂ ਪੈਸੇ ਪੜ੍ਹਾਂਗੇ ਤਾਂ ਆਪਾਂ ਇੱਦਾਂ ਨਹੀਂ ਪੜ੍ਹਾਂਗੇ। ਠੀਕ ਹੈ, ਕਿ ਪ੍ਰੈਜ਼ੈਂਟ ਦੇ ਪਹਿਲਾਂ ਸਾਰੇ, ਇਹਦੇ 'ਚ ਆਪਾਂ ਸਿੰਪਲ ਦੇ ਪਹਿਲਾਂ ਸਾਰੇ ਪੜ੍ਹਾਂਗੇ। ਲਾਈਕ ਸਿੰਪਲ ਪ੍ਰੈਜ਼ੈਂਟ ਪੜ੍ਹਾਂਗੇ, ਫਿਰ ਸਿੰਪਲ ਪਾਸਟ, ਫਿਰ ਸਿੰਪਲ ਫਿਊਚਰ। ਇੱਦਾਂ ਤੁਹਾਨੂੰ ਈਜ਼ੀ ਹੋ ਜਾਊਗਾ ਲਰਨ ਕਰਨਾ। ਠੀਕ ਹੈ, ਰੂਲਸ ਲਰਨ ਕਰਨਾ ਈਜ਼ੀ ਹੋ ਜੂ, ਕਿਉਂਕਿ ਵੇ ਇਹਨਾਂ ਦੇ ਵਿੱਚ ਸੇਮ ਹੀ ਲੱਗਦੇ ਆ। ਠੀਕ ਹੈ, ਰੂਲਸ ਲਰਨ ਕਰਨ ਦੇ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਸਿੰਪਲ ਪ੍ਰੈਜ਼ੈਂਟ ਨਾਲ, ਹੈ ਨਾ। ਸਿੰਪਲ ਪ੍ਰੈਜ਼ੈਂਟ ਟੈਂਸ ਕੀ ਹੁੰਦਾ, ਜੋ ਹੁਣ ਚੱਲਦਾ ਹੈ ਉਹਦੇ 'ਚ ਸਿੰਪਲ ਗੱਲ ਕਹੀ ਗਈ ਹੋਵੇ। ਲਾਈਕ ਮੈਂ ਪੱਤਰ ਲਿਖਦਾ ਹਾਂ, ਇਹ ਕੀ ਹੋ ਗਿਆ, ਸਿੰਪਲ ਪ੍ਰੈਜ਼ੈਂਟ, ਹੈ ਨਾ। ਇਹ ਐਕਟਿਵ ਹੋ ਗਿਆ, ਮੈਂ ਪੱਤਰ ਲਿਖਦਾ ਹਾਂ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਚੇਂਜ ਕਰ ਸਕਦੇ ਹਾਂ ਆਈ ਰਾਈਟ ਅ ਲੈਟਰ। ਇਹੀ ਪੜ੍ਹਿਆ ਤੁਸੀਂ ਲਾਸਟ ਵੀਡੀਓਜ਼ ਦੇ ਵਿੱਚ, ਹੈ ਨਾ। ਤਾਂ ਮਤਲਬ ਰੂਲ ਕੀ ਲਾਇਆ ਸੀ ਆਪਾਂ ਐਕਟਿਵ ਦੇ ਵਿੱਚ, ਸਭ ਤੋਂ ਪਹਿਲਾਂ ਸਬਜੈਕਟ, ਫਿਰ ਵਰਬ ਦੀ ਫਸਟ ਫੋਰਮ, ਦੈਨ ਆਪਣੇ ਕੋਲ ਆਬਜੈਕਟ ਆਉਂਦਾ, ਦੈਨ ਫੁੱਲ ਸਟਾਪ। ਇਹ ਰੂਲ ਲੱਗਦਾ ਸਿੰਪਲ ਪ੍ਰੈਜ਼ੈਂਟ ਦੇ ਐਕਟਿਵ ਦੇ ਵਿੱਚ। ਹੁਣ ਦੇਖੋ ਇਹਨੂੰ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਨ ਲਈ ਰੂਲ 'ਤੇ ਕੀ ਫ਼ਰਕ ਪਾਵਾਂਗੇ। ਰੂਲ ਦੇ ਕੀ ਫ਼ਰਕ ਹੁੰਦਾ, ਜਿਹੜਾ ਆਬਜੈਕਟ ਪਿੱਛੇ ਹੁੰਦਾ ਉਹਨੂੰ ਆਪਾਂ ਅੱਗੇ ਲਿਆਉਣੇ ਆ, ਜਿਹੜਾ ਸਬਜੈਕਟ ਅੱਗੇ ਆ ਉਹਨੂੰ ਆਪਾਂ ਪਿੱਛੇ ਲਿਆਉਣੇ ਆ। ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਸਬਜੈਕਟ ਤੋਂ ਪਹਿਲਾਂ ਬਾਈ ਆ ਜੂਗਾ, ਐਂਡ ਆਲਵੇਜ਼ ਹਮੇਸ਼ਾ ਵਰਬ ਦੀ ਥਰਡ ਫਾਰਮ ਹੀ ਲੱਗਦੀ ਆ। ਪੈਸਿਵ ਦੇ ਵਿੱਚ ਵਰਬ ਦੀ ਥਰਡ ਫਾਰਮ ਲੱਗਦੀ ਆ। ਹੁਣ ਬਸ ਇੱਥੇ ਲਿਖਣਾ ਰਹਿ ਗਿਆ ਕਿ ਹੈਲਪਿੰਗ ਵਰਬ ਕੀ ਲੱਗੂਗੀ। ਇਹਨੂੰ ਤੁਸੀਂ ਯਾਦ ਕਰਿਓ ਕਿ ਜਿਹੜੇ ਵੀ ਸਿੰਪਲ ਹੁੰਦੇ ਆ, ਹੈ ਨਾ, ਉਹਨਾਂ ਦੇ ਵਿੱਚ ਇੱਥੇ ਹੈਲਪਿੰਗ ਵਰਬ ਉਹ ਲੱਗਦੀ ਆ ਜਿਹੜੇ ਇਹਨਾਂ ਦੇ ਕੰਟੀਨਿਊਅਸ ਵੇਲੇ ਲੱਗਦੀ ਆ। ਮਤਲਬ ਪ੍ਰੈਜ਼ੈਂਟ ਦੇ ਕੰਟੀਨਿਊਅਸ ਦੇ ਐਕਟਿਵ ਵੇਲੇ ਆਪਾਂ ਕੀ ਲਾਈ ਸੀਗੀ, ਐਕਟਿਵ ਦੇ ਵਿੱਚ ਆਪਾਂ ਹੈਲਪਿੰਗ ਵਰਬ ਕੀ ਲਾਈ ਸੀ, ਯਾਦ ਕਰੋ, ਇਜ਼ ਐਮ ਆਰ, ਰਾਈਟ। ਇਹ ਜਿਹੜੀ ਹੈਲਪਿੰਗ ਵਰਬ ਉੱਥੇ ਲਗਾਈ ਸੀ ਉਹੀ ਆਪਣੇ ਕੋਲ ਇੱਥੇ ਲੱਗ ਜਾਂਦੀ ਹੈ, ਇਜ਼ ਐਮ ਆਰ। ਉੱਥੇ ਇਜ਼ ਐਮ ਆਰ ਦੀ
ਚੂਜ਼ ਆਪਾਂ ਕਿਹਦੇ ਅਕੋਰਡਿੰਗ ਕਰਦੇ ਸੀ, ਕਿਉਂਕਿ ਅੱਗੇ ਸਬਜੈਕਟ ਪਿਆ ਸੀ, ਸਬਜੈਕਟ ਦੇ ਅਕੋਰਡਿੰਗ ਕਰਦੇ ਸੀ, ਜੇ ਇਹ ਸਿੰਗੂਲਰ ਹੈ ਨਾ, ਜੇ ਇਹ ਪਲੂਰਲ ਹੈ। ਹੁਣ ਆਪਾਂ ਇਹਨਾਂ ਨੂੰ ਚੂਜ਼ ਕਿਹਦੇ ਅਕੋਰਡਿੰਗ ਕਰਨਾ, ਆਬਜੈਕਟ ਦੇ ਅਕੋਰਡਿੰਗ ਇਹਨਾਂ ਨੂੰ ਚੂਜ਼ ਕਰਨਾ ਹੈ। ਜੇ ਆਬਜੈਕਟ ਤੁਹਾਡੇ ਕੋਲ ਸਿੰਗੂਲਰ ਹੈ ਤਾਂ ਇਜ਼ ਆ ਜਾਊਗਾ, ਜੇ ਆਬਜੈਕਟ ਤੁਹਾਡੇ ਕੋਲ ਆਏ ਆ ਤਾਂ ਐਮ ਆ ਜਾਊਗਾ, ਜੇ ਆਬਜੈਕਟ ਤੁਹਾਡੇ ਕੋਲ ਪਲੂਰਲ ਹੈ ਤਾਂ ਆਰ ਆ ਜਾਊਗਾ, ਇਹਦੇ 'ਚ ਯੂ ਆ ਜਾਊਗਾ, ਦੇ ਆ ਜਾਊਗਾ, ਇਹਦੇ 'ਚ ਇਟ, ਕੋਈ ਨੇਮ, ਹੀ, ਸ਼ੀ, ਇੱਦਾਂ ਦੇ ਵਰਡਸ ਆ ਜਾਂਦੇ ਆ। ਠੀਕ ਹੈ, ਤਾਂ ਹੁਣ ਦੇਖੋ ਇਹਦੀ ਐਗਜ਼ਾਮਪਲਸ ਕਰਕੇ ਦੇਖੀਏ। ਮੈਂ ਪੱਤਰ ਲਿਖਦਾ ਹਾਂ, ਇਹ ਪੋਜ਼ੀਟਿਵ ਸਟੇਟਮੈਂਟ ਹੈ। ਆਈ ਰਾਈਟ ਅ ਲੈਟਰ, ਇਹਨੂੰ ਜੇ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਨਾ ਤਾਂ ਕਿਵੇਂ ਕਰਾਂਗੇ। ਪੈਸਿਵ ਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਖਿਆ ਜਾਊਗਾ, ਆਬਜੈਕਟ। ਇੱਥੇ ਦੇਖੋ ਇਹ ਕੀ ਆ, ਸਬਜੈਕਟ ਹੈ, ਇਹ ਕੀ ਆ, ਵਰਬ ਹੈ, ਇਹ ਕੀ ਆ, ਆਬਜੈਕਟ ਹੈ। ਆਬਜੈਕਟ ਪਹਿਲਾਂ ਆ ਜੂਗੀ ਤਾਂ ਅ ਲੈਟਰ ਆਪਣੇ ਕੋਲ ਪਹਿਲਾਂ ਆ ਗਿਆ। ਤਾਂ ਹੁਣ ਅ ਲੈਟਰ ਇੱਕ ਸਿੰਗੂਲਰ ਹੈ, ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਸਿੰਗੂਲਰ ਨਾਲ ਕਿਹੜਾ ਲੱਗਦਾ ਗਾ, ਇਜ਼ ਲੱਗਦਾ, ਤਾਂ ਇਜ਼ ਆ ਗਿਆ। ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਲਗਾਉਣੀ ਹੈ। ਇੱਥੇ ਵਰਬ ਕੀ ਆ, ਰਾਈਟ। ਰਾਈਟ ਦੀ ਥਰਡ ਫਾਰਮ ਕੀ ਹੁੰਦੀ ਆ, ਰਿਟਨ। ਠੀਕ ਹੈ, ਉਸ ਤੋਂ ਬਾਅਦ ਆਪਾਂ ਬਾਈ ਲਗਾਉਣਾ, ਫਿਰ ਸਬਜੈਕਟ। ਸਬਜੈਕਟ ਇੱਥੇ ਆਈ ਸੀ, ਆਈ ਨੂੰ ਜਦੋਂ ਆਪਾਂ ਪਿੱਛੇ ਲੈ ਕੇ ਆਵਾਂਗੇ ਤਾਂ ਕੀ ਬਣੂਗਾ, ਮੀ ਬਣੂਗਾ। ਲਾਸਟ ਪੇਜ 'ਤੇ ਦੇਖੋ। ਠੀਕ ਹੈ, ਤਾਂ ਇੱਦਾਂ ਇਹ ਪੈਸਿਵ ਦੇ ਵਿੱਚ ਚੇਂਜ ਹੋ ਗਿਆ। ਇਹਦੀ ਪੰਜਾਬੀ ਕੀ ਬਣੂਗੀ, ਇੱਕ ਪੱਤਰ ਮੇਰੇ ਦੁਆਰਾ ਲਿਖਿਆ ਜਾਂਦਾ ਹੈ, ਲਿਖਿਆ ਜਾਂਦਾ ਹੈ। ਮੀਨਿੰਗ ਇਹਨਾਂ ਦੋਨਾਂ ਦਾ ਸੇਮ ਹੈ, ਮੈਂ ਪੱਤਰ ਲਿਖਦਾ ਹਾਂ, ਇੱਕ ਪੱਤਰ ਮੇਰੇ ਦੁਆਰਾ ਲਿਖਿਆ ਜਾਂਦਾ ਹੈ। ਮੀਨਿੰਗ ਇਹਨਾਂ ਦੋਨਾਂ ਦਾ ਸੇਮ ਹੈ, ਬਟ ਥੋੜ੍ਹੀ ਬਹੁਤੀਆਂ ਚੇਂਜਿਸ ਆ ਗਈਆਂ ਵਰਡਸ ਦੇ ਵਿੱਚ, ਕੋਈ ਅੱਗੇ ਆ ਗਿਆ, ਕੋਈ ਪਿੱਛੇ ਆ ਗਿਆ, ਐਂਡ ਵਰਬ ਦੇ ਵਿੱਚ ਚੇਂਜ ਆ ਗਿਆ ਕਿ ਵਰਬ ਪਹਿਲਾਂ ਇੱਥੇ ਫਸਟ ਲਗਾਈ ਸੀ, ਇੱਥੇ ਆਪਾਂ ਥਰਡ ਲਗਾਈ ਸੀ, ਇੱਥੇ ਨਾਲ ਹੈਲਪਿੰਗ ਵਰਬ ਵੀ ਐਡ ਹੋ ਗਈ। ਠੀਕ ਹੈ, ਇੱਥੇ ਆਪਾਂ ਜ਼ਿਆਦਾ ਇੰਪੋਰਟੈਂਸ ਇੱਕ ਲੈਟਰ ਨੂੰ ਦਿੱਤੀ ਆ, ਇੱਥੇ ਜ਼ਿਆਦਾ ਇੰਪੋਰਟੈਂਸ ਆਪਾਂ ਆਈ ਨੂੰ ਦਿੱਤੀ ਆ। ਠੀਕ ਆ, ਦੇ ਵਿੱਚ ਚੇਂਜ ਕਰਨ ਲਈ ਆ ਐਕਟਿਵ ਹੈ। ਪੈਸਿਵ ਦੇ ਵਿੱਚ ਚੇਂਜ ਕਰਨ ਲਈ ਰੂਲ ਕੀ ਆ, ਸਭ ਤੋਂ ਪਹਿਲਾਂ ਆਪਣੇ ਕੋਲ ਆਬਜੈਕਟ ਆਊਗਾ, ਦੈਨ ਆਪਣੇ ਕੋਲ ਐਂਡ 'ਤੇ ਸਬਜੈਕਟ ਆਊਗਾ, ਇਸ ਤੋਂ ਪਹਿਲਾਂ ਆਪਣੇ ਕੋਲ ਬਾਏ ਆਊਗਾ, ਵਰਬ ਦੀ ਥਰਡ ਫਾਰਮ ਆਊਗੀ। ਹੈਲਪਿੰਗ ਵਰਬ ਆਪਾਂ ਕੀ ਲਗਾਈ ਹੈ ਪਿੱਛੇ ਵਾਲੀ 'ਚ, ਇਜ਼ ਐਮ ਆਰ, ਉਹੀ ਇੱਥੇ ਆਊਗਾ, ਬਟ ਇੱਥੇ ਨੋਟ ਆ ਜਾਊਗਾ, ਬਸ ਨੈਗੇਟਿਵ ਬਣਾਉਣ ਲਈ ਇੱਥੇ ਨੋਟ ਆ ਗਿਆ। ਠੀਕ ਹੈ, ਬਾਕੀ ਸਾਰਾ ਐਜ਼ ਇਟ ਇਜ਼ ਹੀ ਆ। ਤਾਂ ਹੁਣ ਅ ਲੈਟਰ ਜਿਹੜਾ ਕਿ ਇੱਥੇ ਆਬਜੈਕਟ ਹੈ ਉਹ ਅੱਗੇ ਆ ਗਿਆ, ਅ ਲੈਟਰ ਇਜ਼ ਨੋਟ ਰਿਟਨ ਬਾਏ ਮੀ। ਨੈਗੇਟਿਵ ਸਟੇਟਮੈਂਟ ਬਣਾਉਣ ਲਈ ਬਸ ਇੱਥੇ ਨੋਟ ਆ ਗਿਆ, ਬਾਕੀ ਸਾਰਾ ਐਜ਼ ਇਟ ਇਜ਼ ਹੀ ਆ ਜਾਊਗਾ, ਅ ਲੈਟਰ ਇਜ਼ ਨੋਟ ਰਿਟਨ ਬਾਏ ਮੀ। ਨੈਕਸਟ ਇਜ਼ ਇੰਟਰੋਗੇਟਿਵ। ਇੰਟਰੋਗੇਟਿਵ ਕੀ ਹੁੰਦਾ ਕਿ ਕੁਐਸਚਨ ਕਿਵੇਂ ਪੁੱਛਿਆ ਜਾਣਾ ਹੈ ਨਾ। ਕੁਐਸਚਨ ਇੱਥੇ ਕੀ ਪੁੱਛਿਆ ਜਾਊਗਾ, ਮੈਂ ਪੱਤਰ ਕੀ ਮੈਂ ਪੱਤਰ ਲਿਖਦਾ ਹਾਂ, ਕੀ ਮੈਂ ਪੱਤਰ ਲਿਖਦਾ ਹਾਂ। ਇਹਨੂੰ ਪੁੱਛਣ ਦਾ ਰੂਲ ਕੀ ਸੀਗਾ, ਡੂ ਔਰ ਡਜ਼ ਪਹਿਲਾਂ ਆ ਜਾਂਦਾ ਹੈ, ਫਿਰ ਸਬਜੈਕਟ, ਫਿਰ ਵਰਬ ਦੀ ਫਸਟ ਫਾਰਮ ਦੇ ਨਾਲ ਆਬਜੈਕਟ ਐਂਡ ਦੈਨ ਕੁਐਸਚਨ ਮਾਰਕ। ਇਹੀ ਲਗਾਇਆ ਆਪਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ। ਠੀਕ ਹੈ, ਮਤਲਬ ਇਹਦੀ ਇੰਗਲਿਸ਼ ਕੀ ਆਊ ਜੂਗੀ, ਡੂ ਆਈ ਰਾਈਟ ਅ ਲੈਟਰ। ਇਹ ਹੋ ਗਿਆ ਐਕਟਿਵ ਫਾਰਮ। ਹੁਣ ਦੇਖਣਾ ਇਹਨੂੰ ਪੈਸਿਵ ਦੇ ਵਿੱਚ ਚੇਂਜ ਕਿਵੇਂ ਕਰਨਾ ਗਾ। ਠੀਕ ਹੈ, ਪੈਸਿਵ ਦੇ ਵਿੱਚ ਕੀ ਰੂਲ ਲੱਗੂਗਾ, ਸਭ ਤੋਂ ਪਹਿਲਾਂ ਕੀ ਲਗਾਉਣਾ, ਹੈਲਪਿੰਗ ਵਰਬ ਲਗਾਉਣੀ ਹੈ। ਡੂ ਡਜ਼ ਦੀ ਜਗ੍ਹਾ 'ਤੇ ਕੀ ਲੱਗੂਗਾ, ਹੈਲਪਿੰਗ ਵਰਬ ਕਿਹੜੀ ਯੂਜ਼ ਕਰ ਰਹੇ ਹਾਂ ਆਪਾਂ, ਇਜ਼ ਐਮ ਆਰ, ਤਾਂ ਇਜ਼ ਐਮ ਆਰ ਅੱਗੇ ਆ ਗਿਆ। ਉਸ ਤੋਂ ਬਾਅਦ ਪੈਸਿਵ ਦੇ ਵਿੱਚ ਕੀ ਲਗਾਉਣੇ ਆ, ਆਬਜੈਕਟ ਆਪਾਂ ਪਹਿਲਾਂ ਲਗਾਉਣੇ ਆ, ਸਬਜੈਕਟ ਆਪਾਂ ਪਿੱਛੋਂ ਲਗਾਉਣੇ ਆ। ਇਹਦੇ ਨਾਲ ਆਪਾਂ ਇਸ ਤੋਂ ਪਹਿਲਾਂ ਬਾਏ ਲਗਾਉਣੇ ਆ, ਫਿਰ ਉਸ ਤੋਂ ਵੀ ਪਹਿਲਾਂ ਆਪਾਂ ਵਰਬ ਦੀ ਥਰਡ ਫਾਰਮ ਲਗਾਉਣੇ ਆ, ਐਂਡ ਦੈਨ ਇਹ ਪੂਰਾ ਹੋ ਗਿਆ ਹੈ ਨਾ। ਹੈਲਪਿੰਗ ਵਰਬ ਜਿਹੜੀ ਇੱਥੇ ਲੱਗਣੀ ਸੀ ਉਹ ਅੱਗੇ ਆ ਗਈ ਕੁਐਸਚਨ ਕਰਕੇ। ਤਾਂ ਹੁਣ ਦੇਖੋ ਇਹਨੂੰ ਕੀ ਲਿਖਾਂਗੇ ਆਪਾਂ, ਸਭ ਤੋਂ ਪਹਿਲਾਂ ਕੀ ਆਊਗਾ, ਆਬਜੈਕਟ 'ਤੇ ਇਹਦੀ ਡਿਪੈਂਡ ਕਰਦੀ ਹੈ ਕਿ ਇਹਦੇ 'ਚੋਂ ਕੀ ਚੂਜ਼ ਕਰਨਾ। ਆਬਜੈਕਟ ਅ ਲੈਟਰ ਹੈ, ਅ ਲੈਟਰ ਹੈ ਤਾਂ ਇਜ਼ ਆ ਜਾਊਗਾ, ਇਜ਼ ਅ ਲੈਟਰ। ਵਰਬ ਦੀ ਥਰਡ ਫਾਰਮ ਲਗਾਉਣੀ ਹੈ, ਦੈਟ ਇਜ਼ ਰਿਟਨ ਦੈਨ ਬਾਏ ਮੀ। ਠੀਕ ਹੈ, ਦੈਨ ਕੁਐਸਚਨ ਮਾਰਕ। ਹੁਣ ਦੇਖੋ ਕੋਈ ਪੰਜਾਬੀ ਦੇ ਇਹਨਾਂ ਦੇ ਫਰਕ ਤਾਂ ਨਹੀਂ ਪਿਆ। ਇਹਦਾ ਕੀ ਮਤਲਬ ਸੀ, ਆਈ ਡੂ ਨੋਟ ਰਾਈਟ ਅ ਲੈਟਰ, ਮੈਂ ਪੱਤਰ ਨਹੀਂ ਲਿਖਦਾ ਹਾਂ। ਇਹਦਾ ਮਤਲਬ ਹੋ ਗਿਆ ਇੱਕ ਪੱਤਰ ਮੇਰੇ ਦੁਆਰਾ ਨਹੀਂ ਲਿਖਿਆ ਜਾਂਦਾ ਹੈ। ਠੀਕ ਹੈ, ਇਹਦੀ ਕੀ ਸੀਗੀ, ਡੂ ਆਈ ਰਾਈਟ ਅ ਲੈਟਰ, ਕੀ ਮੈਂ ਪੱਤਰ ਲਿਖਦਾ ਹਾਂ। ਇਹਦਾ ਮੀਨਿੰਗ ਕੀ ਹੋ ਗਿਆ ਕਿ ਮੇਰੇ ਦੁਆਰਾ ਇੱਕ ਪੱਤਰ ਲਿਖਿਆ ਜਾਂਦਾ ਹੈ ਜਾਂ
कि एक पत्र मेरे द्वारा लिखिया जाता है। नैक्सट इज सिंपल पास्ट टेंस। सिंपल पास्ट टेंस की सी, पास्ट दे विच कोई चीज़ जदों हो गई होवे, है ना, मैं पत्तर लिखिया सी, ये चीज़ सी, कोई चीज़ पास्ट दे विच हो गई आ, लिख चुकिया सी, मतलब लिख लिया सी, ठीक है, मैं पत्तर लिखिया सी। तां रूल एक्टिव दे विच आपां की लगाया सी, सब्जैक्ट दैन सैकेंड फॉर्म दैन ऑब्जैक्ट एंड फुल स्टॉप, है ना। आई रोट अ लैटर। हुण देखना आपां इहनूं पैसिव दे विच चेंज किवें करना गा। पैसिव दे विच चेंज करन लई ऑब्जैक्ट अगे आ जाऊगा, सबजैक्ट पिछे, इत्थे की आ जाऊगा बाय, इत्थे की आ जाऊगा वर्ब दी थर्ड फॉर्म। इत्थे रह गया कि अपने कोल हैल्पिंग वर्ब किहड़ी आ। हैल्पिंग वर्ब मैं तुहानूं दस्सिया कि सिंपल वेले आपां उहदे कंटीन्यूअस दे एक्टिव वाली लाउणे आ, मतलब पास्ट दे कंटीन्यूअस दे एक्टिव वाली किहड़ी हैल्पिंग वर्ब सीगी, याद करो, वॉज वर लगाया सी, है ना। वॉज वर जिहड़ी इहदी कंटीन्यूअस वेले सी, वो इहदे पैसिव वेले सिंपल वेले आ जूगी वॉज वर। ਇਹਦਾ चूज़ किमें होगा, ਇਹਦੀ ऑब्जैक्ट के अकॉर्डिंग चूज़ होगा। जे ऑब्जैक्ट सिंगुलर है तो वॉज आ जू, जे ऑब्जैक्ट अपने को प्लूरल है तो वर आ जूगा, ठीक है। ਇਹਦੇ ਵਿੱਚ यू भी आ जूगा, दे एंड पीपल आ सकता है, इदां दा कुछ। ਇਹਦੇ ਵਿੱਚ आए आ जूगा एंड ही शी, ये सब कुछ आ जूगा, ठीक है। हुण देखो एग्जाम्पल, आई रोट अ लैटर, इनू आपां चेंज करना है। आई रोट अ लैटर नू पैसिव दे विच चेंज करना है। अ लैटर जिहड़ा कि ऑब्जैक्ट है, अगे आ गया अ लैटर, उस तो बाद अ लैटर सिंगुलर है तो वॉज आ गया। जिथे लैटर्स हुंदा तो वर आ जाना सी। अ लैटर वॉज वर्ब दी थर्ड फॉर्म, डैट इज़ रिटन। रोट दी थर्ड फॉर्म रिटन आ गई। बाय आई दी जगह की आ जूगी, मी आ जूगा, ठीक है। ये सेंटेंस चेंज हो गया एक्टिव तो पैसिव दे विच पॉजिटिव दा। हुण देखो नैगेटिव स्टेटमेंट किमें लिखी जाऊगी। नैगेटिव स्टेटमेंट लिखण लई रूल की है, सब्जैक्ट, उस तो बाद डिड नॉट, फिर वर्ब दी फर्स्ट फॉर्म नाल ऑब्जैक्ट, जिवें मैं पत्तर नहीं लिखिया, ये चीज़ सीगी। आई डिड नॉट राइट अ लैटर, है ना। हुण देखना इहनूं आपां पैसिव दे विच चेंज किवें करना गा। पैसिव दे विच चेंज करन लई जिहड़ा ऑब्जैक्ट है वो अगे आ जाऊगा, सबजैक्ट है जिहड़ा पिछे आ जाऊगा, इहदे कोल बाय आ जू, दैन वर्ब दी थर्ड फॉर्म, दैन अपने कोल हैल्पिंग वर्ब देखनी है कि किहड़ी आउंदी है। हैल्पिंग वर्ब इत्थे वॉज वर आउंदी आ एंड बस नॉट वर्ड ऐड हो जूगा। ਇਹਦੇ ਤੋਂ ਬਾਅਦ नॉट वर्ड ऐड हो गया, बाकी सब एज इट इज़ ही रह जूगा। तो हुण इस चीज़ नूं पैसिव दे विच चेंज किवें करांगे। अ लैटर वॉज नॉट रिटन बाय मी, बस बाकी सारा एज इट इज़। इत्थे जिहड़ा इत्थे नॉट नहीं आया सी, इत्थे नॉट आ गया नहीं दे विच। हुण देखो इंट्रोगेटिव दे विच आपां किवें लिख सकदे हां इहनूं। इंट्रोगेटिव दे विच की क्वेश्चन किवें पुछदे सीगे, रूल की सीगा, डिड अगे आ जांदा सी, दैन सबजैक्ट, दैन वर्ब दी फर्स्ट फॉर्म ऑब्जैक्ट क्वेश्चन मार्क। यही सी तुसीं लास्ट वीडियोज़ विच देखिया होऊगा, ठीक है। मतलब कि पुछ सकदे आ, डिड आई राइट अ लैटर, की मैं पत्तर लिखिया सी, क्वेश्चन पुछदे आ। हुण देखो इहनूं आपां पैसिव दे विच चेंज करन लई की करते हैं, रूल नाल ऑब्जैक्ट अगे आ जाऊगा, बट ऑब्जैक्ट तो भी अगे की आ जाऊगा हैल्पिंग वर्ब। हैल्पिंग वर्ब आपां की लगाई है, वॉज वर, वो इत्थे आ जाऊगा। मतलब सब तो पहला वॉज वर आऊगा, फिर ऑब्जैक्ट आऊगा, पिछे सबजैक्ट आऊगा, इत्थे बाय, दैन अपने कोल उस तो पहला वर्ब दी थर्ड फॉर्म इदां आउंदा हुंदा गा, ठीक है। तो हुण देख लो इहनूं चेंज किवें करना गा। सब तो पहला की आऊगा वॉज वर, जिहड़ा कि ऑब्जैक्ट ते डिपेंड करदा कि कौन आऊगा। जे ऑब्जैक्ट सिंगुलर है तो वॉज आ जाऊगा, वॉज अ लैटर, ऑब्जैक्ट अ लैटर, दैन वर्ब दी थर्ड फॉर्म डैट इज़ रिटन, दैन बाय, दैन सबजैक्ट इज़ मी हियर, ठीक है। एक क्वेश्चन पूछा जा रहा पैसिव दे विच।
ਨੈਕਸਟ ਇਜ਼ ਸਿੰਪਲ ਫਿਊਚਰ ਟੈਂਸ। ਸਿੰਪਲ ਫਿਊਚਰ ਟੈਂਸ ਕੀ ਸੀਗਾ? ਜਦੋਂ ਫਿਊਚਰ ਦੇ ਵਿੱਚ ਕੋਈ ਕੰਮ ਕਰਨਾ ਹੈ, ਲਾਈਕ ਮੈਂ ਜਾਵਾਂਗਾ, ਮੈਂ ਕਰਾਂਗਾ, ਹੈ ਨਾ। ਇੱਥੇ ਕੀ ਆਊਗਾ? ਮੈਂ ਪੱਤਰ ਲਿਖਾਂਗਾ। ਪੰਜਾਬੀ ਦੇ ਵਿੱਚ ਇਹੀ ਆ ਜਾਊਗਾ। ਜਿਹਦਾ ਰੂਲ ਕੀ ਸੀਗਾ ਤੁਸੀਂ ਪੜ੍ਹਿਆ ਗਾ, ਐਕਟਿਵ ਦੇ ਵਿੱਚ ਰੂਲ ਕੀ ਲਗਾਇਆ? ਸਭ ਤੋਂ ਪਹਿਲਾਂ ਸਬਜੈਕਟ, ਫਿਰ ਵਿਲ, ਦੈਨ ਵਰਬ ਦੀ ਫਸਟ ਫॉर्म, ਦੈਨ ऑब्जेक्ट, फुल स्टॉप, है ना। मतलब आई विल राइट अ लैटर, है ना, यही चीज़ बनूगी। हुण आपां देखना इहनूं पैसिव दे विच चेंज किवें करना है, ठीक है। पैसिव दे विच चेंज करन लई पहला ऑब्जेक्ट आ जाऊगा, एंड ते सब्जैक्ट, इस तो पहला बाय आ जाऊगा, फिर वर्ब दी थर्ड फॉर्म, ठीक है। इत्थे रह गई कि हैल्पिंग वर्ब की लगाउणी आ। तुहानूं दस्सिआ कि सिंपल वेले हैल्पिंग वर्ब वो लगदी आ ਜਿਹੜੀ ਇਹਦੇ ਕੰਟੀਨਿਊਸ ਦੇ ਐਕਟਿਵ ਦੇ ਵਿੱਚ ਸੀ। ਫਿਊਚਰ ਦੇ ਕੰਟੀਨਿਊਸ ਦੇ ਵਿੱਚ ਐਕਟਿਵ ਦੇ ਵਿੱਚ ਤੁਸੀਂ ਕੀ ਹੈਲਪਿੰਗ ਵਰਬ ਵੜੀ ਆ? ਵਿਲ ਬੀ, ਹੈ ਨਾ, ਉਹ ਇੱਥੇ ਆ ਜੂਗੀ ਵਿਲ ਬੀ, ਦੈਟਸ ਇਟ। ਇੱਦਾਂ ਆਪਾਂ ਪੈਸਿਵ ਦੇ ਵਿੱਚ ਇਹਨੂੰ ਚੇਂਜ ਕਰਾਂਗੇ। ਹੁਣ ਦੇਖੋ ਇਹਨੂੰ ਚੇਂਜ ਕਰਕੇ ਕੀ ਬਣ ਜੂਗਾ? ਅ ਲੈਟਰ ਜਿਹੜਾ ਪਿੱਛੇ ਆ ਉਹ ਅੱਗੇ ਆ ਗਿਆ, ਅ ਲੈਟਰ ऑब्जेक्ट, ਉਸ ਤੋਂ ਬਾਅਦ ਕੀ ਲਗਾਉਣਾ? ਵਿਲ ਬੀ, उस तो बाद वर्ब दी थर्ड फॉर्म, डैट इज़ राइट। इत्थे वर्ब है, इहदी थर्ड फॉर्म रिटन बाय मी, ठीक है। जिथे शी हुंदा हर आ जांदा, ही हुंदा हिम आ जांदा, ठीक है। हुण देखो इहनूं नैगेटिव दे विच किवें लिखदे सी। पहला नैगेटिव दा एक्टिव देख लईए। मैं पत्तर नहीं लिखांगा, है ना। किमें बनता सी? सब तो पहला सब्जैक्ट, फिर विल, फिर नॉट, वर्ब दी फर्स्ट फॉर्म, ऑब्जेक्ट एंड फुल स्टॉप। आई विल नॉट राइट अ लैटर, ठीक है। हुण इहनूं देखना आपां पैसिव दे विच चेंज किमें करना है। पैसिव दे विच चेंज करन लई सब तो पहला ऑब्जेक्ट आ जाऊगा, एंड ते सब्जैक्ट आ जू, इत्थे बाय आ जू, इत्थे वर्ब दी थर्ड फॉर्म आ जू, ठीक है। हैल्पिंग वर्ब आपां की लगाउने इत्थे? विल बी, बट इत्थे नॉट भी ऐड करना गा। नॉट इन्हां दोनों दे विच ऐड हो जाऊगा, विल नॉट बी, ऐदां आऊगा, ठीक है। ध्यान नाल देख लिओ। हुण किवें लिखांगे? अ लैटर पहला आ जाऊगा, अ लैटर पहला आ गया, जो कि इत्थे एंड ते सीगा, पहला ऑब्जेक्ट आ गया। उस तो बाद विल, दैन नॉट, दैन बी, दैन वर्ब दी थर्ड फॉर्म, दैट इज़ रिटन, then by me। a letter will not be written by me, मीनिंग कोई फर्क नहीं होया, मीनिंग सेम ही रहिंदा गा, ठीक है। नैक्सट इज इंट्रोगेटिव। इंट्रोगेटिव दे विच की लिखा जाऊगा? इसदा कि मैं पत्तर लिखांगा, है ना, कि मैं पत्तर लिखांगा। इहदा रूल की आ? एक्टिव दे विच रूल की आ? सब तो पहला जिहड़ा विल हुंदा सी विच वो अगे आ जांदा सी, दैन सब्जैक्ट, वर्ब दी फर्स्ट फॉर्म, ऑब्जेक्ट एंड क्वेश्चन मार्क, है ना। की बन जूगा? विल आई राइट अ लैटर। इनू देखना आपां पैसिव दे विच चेंज किवें करना है। पैसिव दे विच चेंज करन लई सब तो पहला क्वेश्चन वाला ही पूछा जाऊगा कुछ, मतलब हैल्पिंग वर्ब अगे ही आऊगी। हैल्पिंग वर्ब आपां की यूज़ करते हैं इत्थे? विल बी, बट इत्थे कल्ला विल ही आऊगा, बी अपने तो बाचों आऊगा, ठीक है। विल पहला आ जाऊगा, दैन इत्थे की लगदा? ऑब्जेक्ट लगदा, इत्थे बी आऊगा, ठीक है। विल भी टुट जांदा, उहदे विच ऑब्जेक्ट आ जांदा है। दैन अपने कोल वर्ब दी थर्ड फॉर्म, दैन अपने कोल बाय लग के सब्जैक्ट आ जाऊगा, ठीक है। दैन क्वेश्चन मार्क। हुण देखो इहनूं आपां चेंज किवें करना गा। विल आई राइट अ लैटर, सब तो पहला विल आ गया, फिर ऑब्जेक्ट अ लैटर, फिर बी, then verb the third form, that is written by me, question mark। will a letter be written by me?